ਸਭ ਨੂੰ ਜੈ ਮਸੀਹ ਦੀ। ਪੰਜਾਬੀ ਬਾਈਬਲ ਸਟੋਰੀਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ। ਤੁਸੀਂ ਇਸ ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਸਕਦੇ ਹੋ। ਇਸ ਚੈਨਲ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਸਭ ਨੂੰ ਬੜੀ ਆਸ਼ੀਸ਼ ਦੇਵੇ। ਤਾਂ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਮੈਂ ਤੁਹਾਨੂੰ ਯੀਸ਼ੂ ਮਸੀਹ ਅਤੇ ਪਾਪੀ ਇਸਤਰੀ ਬਾਰੇ ਦੱਸਣ ਜਾ ਰਿਹਾ ਹਾਂ, ਜਿਹਦਾ ਵੇਰਵਾ ਤੁਹਾਨੂੰ ਯਹੂਨਾ ਦੀ ਅੰਜੀਲ ਦੇ 8 ਅਧਿਆਏ ਦੇ 1 ਆਇਤ ਤੋਂ ਲੈ ਕੇ 11 ਆਇਤ ਤੱਕ ਮਿਲ ਜਾਵੇਗਾ। ਬਾਈਬਲ ਸਾਨੂੰ ਦੱਸਦੀ ਹੈ ਕਿ ਇੱਕ ਦਿਨ ਪ੍ਰਭੂ ਯੀਸ਼ੂ ਮਸੀਹ ਜੈਤੂਨ ਦੇ ਪਹਾੜ ਉੱਤੇ ਗਏ ਅਤੇ ਫਿਰ ਸਵੇਰ ਜਦੋਂ ਮੰਦਿਰ ਵਿੱਚ ਆਏ ਅਤੇ ਬਹੁਤ ਸਾਰੇ ਲੋਕ ਉਹਨਾਂ ਕੋਲ ਆ ਕੇ ਬੈਠ ਗਏ ਅਤੇ ਪ੍ਰਭੂ ਯੀਸ਼ੂ ਮਸੀਹ ਉਹਨਾਂ ਨੂੰ ਉਪਦੇਸ਼ ਦੇਣ ਲੱਗੇ। ਅਤੇ ਉਸੇ ਸਮੇਂ ਸ਼ਾਸਤਰੀਆਂ ਅਤੇ ਫਰੀਸੀਆਂ ਨੇ ਇੱਕ ਜਨਾਨੀ ਨੂੰ, ਜਿਹੜੀ ਜਨਾਹ ਦੇ ਵਿੱਚ ਫੜੀ ਗਈ ਸੀ, ਪ੍ਰਭੂ ਯੀਸ਼ੂ ਮਸੀਹ ਕੋਲ ਲਿਆ ਕੇ ਖੜਾ ਕਰ ਦਿੱਤਾ ਤੇ ਕਹਿਣ ਲੱਗੇ, ਹੇ ਪ੍ਰਭੂ, ਇਹ ਜਨਾਨੀ ਜਨਾਹ ਦੇ ਵਿੱਚ ਫੜੀ ਗਈ ਹੈ ਤੇ ਭਵਿਸ਼ਥਾ ਦੇ ਵਿੱਚ ਮੂਸਾ ਨੇ ਸਾਨੂੰ ਇਹ ਆਗਿਆ ਦਿੱਤੀ ਹੈ ਕਿ ਇਹੋ ਜਿਹੀਆਂ ਇਸਤਰੀਆਂ ਨੂੰ ਪਥਰਾਵ ਕਰਕੇ ਮਾਰ ਦਿੱਤਾ ਜਾਵੇ। ਪਰ ਹੇ ਗੁਰੂ, ਤੂੰ ਦੱਸ ਕਿ ਇਸ ਜਨਾਨੀ ਨਾਲ ਕੀ ਕੀਤਾ ਜਾਵੇ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹਾਂ ਕਿ ਸ਼ਾਸਤਰੀ ਅਤੇ ਫਰੀਸੀ ਹਮੇਸ਼ਾ ਇਹ ਲੱਭਦੇ ਰਹਿੰਦੇ ਸੀ ਕਿ ਉਹ ਪ੍ਰਭੂ ਯੀਸ਼ੂ ਮਸੀਹ ਵਿੱਚ ਕੋਈ ਦੋਸ਼ ਲੱਭਣ ਅਤੇ ਇਹੋ ਜਿਹੇ ਸਵਾਲ ਪੁੱਛਦੇ ਸਨ ਕਿ ਉਹ ਉਹਨਾਂ ਤੇ ਮੁਕੱਦਮਾ ਚਲਾ ਸਕਣ। ਉਹਨਾਂ ਨੇ ਕਈ ਵਾਰ ਯਤਨ ਕੀਤੇ ਪਰ ਉਹ ਹਮੇਸ਼ਾ ਅਸਫਲ ਰਹੇ। ਇਸ ਵਾਰੀ ਉਹਨਾਂ ਨੇ ਸੋਚਿਆ ਕਿ ਅਸੀਂ ਹੋਰ ਔਖੀ ਗੱਲ ਪ੍ਰਭੂ ਯੀਸ਼ੂ ਮਸੀਹ ਕੋਲ ਲੈ ਜਾਵਾਂਗੇ, ਜਿਸ ਨਾਲ ਕਿ ਉਸ ਉੱਤੇ ਮੁਕੱਦਮਾ ਚਲਾਉਣ ਯੋਗ ਆਰੋਪ ਸਿੱਧ ਹੋ ਜਾਣ। ਇਸੇ ਕਰਕੇ ਉਹ ਇੱਕ ਜਨਾਨੀ ਨੂੰ ਫੜ ਕੇ ਯੀਸ਼ੂ ਮਸੀਹ ਕੋਲ ਲਿਆਏ ਅਤੇ ਪ੍ਰਭੂ ਯੀਸ਼ੂ ਮਸੀਹ ਨੂੰ ਮੂਸਾ ਦੀ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਕਿਹਾ, ਇਹ ਜਨਾਨੀ ਜਨਾਹ ਦੇ ਵਿੱਚ ਫੜੀ ਗਈ ਹੈ ਅਤੇ ਵਿਵਸਥਾ ਦੇ ਅਨੁਸਾਰ ਇਸ ਨੂੰ ਪਥਰਾਵ ਕਰਕੇ ਮਾਰ ਦੇਣਾ ਚਾਹੀਦਾ ਹੈ। ਸ਼ਾਸਤਰੀਆਂ ਅਤੇ ਫਰੀਸੀਆਂ ਦਾ ਉਹ ਜਨਾਨੀ ਨੂੰ ਯੀਸ਼ੂ ਮਸੀਹ ਕੋਲ ਲੈ ਕੇ ਆਉਣਾ ਕੁਝ ਸਵਾਲਾਂ ਨੂੰ ਖੜੇ ਕਰਦਾ ਹੈ। ਪਹਿਲੀ ਗੱਲ ਤਾਂ ਇਹ ਕਿ ਉਹ ਆਦਮੀ ਕਿੱਥੇ ਸੀ ਜਿਹੜਾ ਜਨਾਹ ਦੇ ਵਿੱਚ ਫੜਿਆ ਗਿਆ ਸੀ, ਕਿਉਂਕਿ ਜਨਾਹ ਦੇ ਵਿੱਚ ਫੜੇ ਜਾਣ ਲਈ 2 ਜਣਿਆਂ ਦਾ ਹੋਣਾ ਜ਼ਰੂਰੀ ਹੈ। ਅਤੇ ਦੂਜੀ ਗੱਲ ਇਹ ਕਿ ਉਹ ਉਹਨਾਂ ਨੂੰ ਖੁਦ ਸਜ਼ਾ ਕਿਉਂ ਨਹੀਂ ਦਿੰਦੇ, ਕਿਉਂ ਪ੍ਰਭੂ ਯੀਸ਼ੂ ਮਸੀਹ ਕੋਲ ਲੈ ਕੇ ਆਏ। ਉਹ ਤਾਂ ਵਿਵਸਥਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ। ਇੱਥੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਹ ਜਾਣ ਬੁੱਝ ਕੇ ਉਹ ਜਨਾਨੀ ਨੂੰ ਪ੍ਰਭੂ ਯੀਸ਼ੂ ਮਸੀਹ ਕੋਲ ਲੈ ਕੇ ਆਏ ਸੀ, ਕਿਉਂਕਿ ਉਹ ਉਹਨਾਂ ਨੂੰ ਸਵਾਲਾਂ ਦੇ ਵਿੱਚ ਫਸਾਉਣਾ ਚਾਹੁੰਦੇ ਸੀ। ਇਹ ਉਹਨਾਂ ਦੀ ਇੱਕ ਸੋਚੀ ਸਮਝੀ ਚਾਲ ਸੀ, ਕਿਉਂਕਿ ਜੇ ਪ੍ਰਭੂ ਯੀਸ਼ੂ ਮਸੀਹ ਇਹ ਕਹਿੰਦੇ ਕਿ ਇਹਨੂੰ ਵਿਵਸਥਾ ਦੇ ਅਨੁਸਾਰ ਮਾਰ ਦੇਣਾ ਚਾਹੀਦਾ ਹੈ ਤਾਂ ਉਹ ਰੋਮੀ ਸ਼ਾਸਨ ਦੇ ਵਿਰੁੱਧ ਜਾਂਦੇ, ਕਿਉਂਕਿ ਯਹੂਦੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਸੀ। ਅਤੇ ਜੇ ਪ੍ਰਭੂ ਕਹਿੰਦੇ ਕਿ ਇਸ ਜਨਾਨੀ ਨੂੰ ਛੱਡ ਦਿੱਤਾ ਜਾਵੇ ਤਾਂ ਲੋਕ ਉਸ ਤੇ ਵਿਵਸਥਾ ਦੀ ਉਲੰਘਣਾ ਦਾ ਆਰੋਪ ਲਗਾਉਂਦੇ। ਗੱਲ ਇਹ ਮੁੱਕਦੀ ਹੈ, ਜੇ ਪ੍ਰਭੂ ਯੀਸ਼ੂ ਮਸੀਹ ਕੁਝ ਵੀ ਕਹਿੰਦੇ ਤਾਂ ਇਹ ਸ਼ਾਸਤਰੀ ਅਤੇ ਫਰੀਸੀ ਪਖੰਡੀ ਪ੍ਰਭੂ ਯੀਸ਼ੂ ਮਸੀਹ ਨੂੰ ਕੈਦ ਵਿੱਚ ਸੁੱਟ ਦਿੰਦੇ। ਪਰ ਸਾਡੇ ਪ੍ਰਭੂ ਯੀਸ਼ੂ ਮਸੀਹ ਮਨਾਂ ਨੂੰ ਜਾਚਣ ਵਾਲੇ ਪਰਮੇਸ਼ਰ, ਉਹਨਾਂ ਨੇ ਉਹਨਾਂ ਸਾਰਿਆਂ ਦੇ ਮਨਾਂ ਨੂੰ ਜਾਂਚ ਲਿਆ ਕਿ ਉਹ ਕੀ ਚਾਹੁੰਦੇ ਹਨ। ਪਰ ਪ੍ਰਭੂ ਯੀਸ਼ੂ ਮਸੀਹ ਬਹੁਤ ਹੀ ਬੁੱਧ ਨਾਲ ਉਹਨਾਂ ਨਾਲ ਕੰਮ ਕਰਦੇ ਹਨ। ਅਤੇ ਜਦੋਂ ਉਹ ਫਰੀਸੀ ਅਤੇ ਸ਼ਾਸਤਰੀ ਉਹ ਜਨਾਨੀ ਨੂੰ ਪ੍ਰਭੂ ਯੀਸ਼ੂ ਮਸੀਹ ਕੋਲ ਲਿਆਉਂਦੇ ਹਨ ਅਤੇ ਕਹਿੰਦੇ ਹਨ ਕਿ ਇਹ ਜਨਾਨੀ ਵਿਭਚਾਰ ਦੇ ਵਿੱਚ ਫੜੀ ਗਈ ਹੈ, ਮੂਸਾ ਦੀ ਵਿਵਸਥਾ ਦੇ ਅਨੁਸਾਰ ਤਾਂ ਇਸ ਨੂੰ ਮਾਰ ਦੇਣਾ ਚਾਹੀਦਾ ਹੈ, ਪਰ
ਪਰ ਤੁਸੀਂ ਦੱਸੋ ਇਸ ਨਾਲ ਕੀ ਕੀਤਾ ਜਾਵੇ। ਤਾਂ ਪ੍ਰਭੂ ਯੀਸ਼ੂ ਮਸੀਹ ਝੁਕ ਕੇ ਜ਼ਮੀਨ ਉੱਤੇ ਉਂਗਲ ਨਾਲ ਕੁਝ ਲਿਖਣ ਲੱਗਦੇ ਹਨ ਅਤੇ ਬਾਰ-ਬਾਰ ਪੁੱਛਣ ਦੇ ਕਾਰਨ ਪ੍ਰਭੂ ਯੀਸ਼ੂ ਮਸੀਹ ਨੇ ਉੱਠ ਕੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚੋਂ ਸਭ ਤੋਂ ਪਹਿਲਾ ਪੱਥਰ ਉਹ ਮਾਰੇ ਜਿਸ ਨੇ ਕਦੇ ਕੋਈ ਵੀ ਪਾਪ ਨਾ ਕੀਤਾ ਹੋਵੇ। ਅਤੇ ਇੰਨੀ ਸੁਣ ਕੇ ਸਾਰੇ ਲੋਕੀ ਇੱਕ-ਇੱਕ ਕਰਕੇ ਉਸ ਜਗ੍ਹਾ ਤੋਂ ਚਲੇ ਗਏ ਅਤੇ ਫਿਰ ਪ੍ਰਭੂ ਯੀਸ਼ੂ ਮਸੀਹ ਝੁਕ ਕੇ ਉਂਗਲੀ ਨਾਲ ਜ਼ਮੀਨ ਉੱਤੇ ਕੁਝ ਲਿਖਣ ਲੱਗੇ ਅਤੇ ਜਿੰਨੇ ਵੀ ਉੱਥੇ ਖੜੇ ਸਨ, ਵੱਡਿਆਂ ਤੋਂ ਲੈ ਕੇ ਛੋਟੇ ਤੱਕ, ਇੱਕ-ਇੱਕ ਕਰਕੇ ਸਭ ਉੱਥੋਂ ਚਲੇ ਗਏ ਅਤੇ ਪ੍ਰਭੂ ਯੀਸ਼ੂ ਮਸੀਹ ਇਕੱਲੇ ਹੀ ਉੱਥੇ ਰਹਿ ਗਏ ਅਤੇ ਉਹ ਜਨਾਨੀ ਜਿਸਨੇ ਜਨਾਹ ਕੀਤਾ ਸੀ ਉੱਥੇ ਖੜੀ ਰਹੀ। ਅਤੇ ਪ੍ਰਭੂ ਯੀਸ਼ੂ ਮਸੀਹ ਨੇ ਸਿੱਧੇ ਹੋ ਕੇ ਉਸ ਜਨਾਨੀ ਨੂੰ ਪੁੱਛਿਆ, ਹੇ ਔਰਤ, ਉਹ ਸਭ ਲੋਕ ਕਿੱਥੇ ਚਲੇ ਗਏ ਕਿ ਕਿਸੇ ਨੇ ਤੇਰੇ ਉੱਤੇ ਦੰਡ ਦੀ ਆਗਿਆ ਨਹੀਂ ਦਿੱਤੀ? ਤਾਂ ਉਹ ਜਨਾਨੀ ਨੇ ਜਵਾਬ ਦਿੱਤਾ, ਨਹੀਂ ਪ੍ਰਭੂ, ਕਿਸੇ ਨੇ ਨਹੀਂ। ਤਾਂ ਪ੍ਰਭੂ ਯੀਸ਼ੂ ਮਸੀਹ ਨੇ ਉਹਨੂੰ ਉੱਤਰ ਦਿੱਤਾ ਕਿ ਮੈਂ ਵੀ ਤੈਨੂੰ ਕੋਈ ਦੰਡ ਦੀ ਆਗਿਆ ਨਹੀਂ ਦਿੰਦਾ, ਜਾ ਇਸ ਤੋਂ ਅੱਗੇ ਪਾਪ ਨਾ ਕਰੀ। ਅਤੇ ਪਿਆਰਿਓ, ਕੁਝ ਗੱਲਾਂ ਹਨ ਜੋ ਇਸ ਘਟਨਾ ਤੋਂ ਅਸੀਂ ਸਿੱਖਦੇ ਹਾਂ। ਪਹਿਲੀ ਗੱਲ ਤਾਂ ਅਸੀਂ ਇੱਥੇ ਇਹ ਵੇਖਦੇ ਹਾਂ ਕਿ ਜਿਹੜੇ ਲੋਕਾਂ ਨੇ ਉਸ ਜਨਾਨੀ ਨੂੰ ਫੜਿਆ ਸੀ ਉਹ ਸ਼ਾਸਤਰੀ ਅਤੇ ਫਰੀਸੀ ਲੋਕ ਸਨ। ਮਤਲਬ ਕਿ ਉਹ ਵਿਵਸਥਾ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਸਨ ਅਤੇ ਜਦੋਂ ਵੀ ਕੋਈ ਦੂਜੇ ਲੋਕ ਵਿਵਸਥਾ ਦੇ ਬਾਰੇ ਜਾਣਨਾ ਚਾਹੁੰਦੇ ਹੋਣਗੇ ਤਾਂ ਉਹ ਇਨ੍ਹਾਂ ਹੀ ਸ਼ਾਸਤਰੀਆਂ ਅਤੇ ਫਰੀਸੀਆਂ ਕੋਲ ਆਉਂਦੇ ਹੋਣਗੇ। ਇਹ ਲੋਕ ਵਿਵਸਥਾ ਦੇ ਸਿੱਖਿਆ ਦੇਣ ਵਾਲੇ ਸਨ ਅਤੇ ਯਹੂਦੀਆਂ ਦੇ ਧਾਰਮਿਕ ਅਗੁਵੇ ਸਨ ਜੋ ਲੋਕਾਂ ਨੂੰ ਵਿਵਸਥਾ ਸਿਖਾਉਣ ਦਾ ਕੰਮ ਕਰਦੇ ਸਨ। ਇਹਦਾ ਮਤਲਬ ਇਹ ਹੋਇਆ ਕਿ ਇਹ ਸ਼ਾਸਤਰੀ ਅਤੇ ਫਰੀਸੀ ਬਹੁਤ ਹੀ ਪੜ੍ਹੇ ਲਿਖੇ, ਬੁੱਧੀਮਾਨ ਅਤੇ ਗਿਆਨਵਾਨ ਲੋਕ ਸਨ ਅਤੇ ਜੇਕਰ ਮੂਸਾ ਦੀ ਵਿਵਸਥਾ ਦੇ ਵਿਖੇ ਜੇ ਕਿਸੇ ਦੇ ਮਨ ਵਿੱਚ ਵੀ ਕੋਈ ਪ੍ਰਸ਼ਨ ਹੁੰਦਾ ਤਾਂ ਇਹ ਲੋਕ ਸਨ ਜਿਹੜੇ ਉਹਨਾਂ ਨੂੰ ਉੱਤਰ ਦਿੰਦੇ ਸਨ। ਹਾਂ, ਇਹ ਜ਼ਰੂਰ ਹੈ ਕਿ ਉਹਨਾਂ ਨੂੰ ਵਿਵਸਥਾ ਦਾ ਗਿਆਨ ਸੀ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਧਾਰਮਿਕ ਅਤੇ ਰੱਬ ਤੇ ਵਿਸ਼ਵਾਸ ਕਰਨ ਵਾਲੇ ਸਨ, ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਕਪਟ ਭਰਿਆ ਹੋਇਆ ਸੀ। ਜਿਵੇਂ ਕਿ ਅਸੀਂ ਇਸ ਘਟਨਾ ਦੇ ਵਿੱਚ ਵੇਖਦੇ ਹਾਂ ਕਿ ਇਹ ਨਿਰਦਈ, ਘਮੰਡੀ ਅਤੇ ਸਭ ਤੋਂ ਚਲਾਕ ਮਨੁੱਖ ਸਨ ਅਤੇ ਇਹਨਾਂ ਨੇ ਆਪਣੀ ਚਤੁਰਾਈ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਨੂੰ ਫਸਾਉਣਾ ਚਾਹਿਆ। ਇਸੇ ਤਰ੍ਹਾਂ ਹੀ ਪਿਆਰਿਓ, ਅੱਜ ਦੇ ਸਮੇਂ ਵਿੱਚ ਵੀ ਤੁਹਾਨੂੰ ਧਾਰਮਿਕਤਾ ਦਾ ਮਖੌਟਾ ਪਹਿਨੇ ਹੋਏ ਬਹੁਤ ਸਾਰੇ ਲੋਕ ਮਿਲ ਜਾਣਗੇ ਜੋ ਲੋਕਾਂ ਨੂੰ ਤਾਂ ਬਹੁਤ ਧਾਰਮਿਕ ਵਿਖਾਈ ਦਿੰਦੇ ਹਨ, ਪਰ ਉਹਨਾਂ ਦੇ ਮਨਾਂ ਦੇ ਵਿੱਚ ਕਪਟ, ਈਰਸ਼ਾ ਅਤੇ ਬੁਰਾਈ ਭਰੀ ਹੁੰਦੀ ਹੈ ਅਤੇ ਉਹ ਲੋਕਾਂ ਨੂੰ ਇਦਾਂ ਦਿਖਾਈ ਦਿੰਦੇ ਹਨ ਕਿ ਉਹਨਾਂ ਦੇ ਵਰਗਾ ਬਾਈਬਲ ਪੜ੍ਹਨ ਵਾਲਾ, ਚਰਚ ਜਾਣ ਵਾਲਾ ਅਤੇ ਪ੍ਰਾਰਥਨਾ ਕਰਨ ਵਾਲਾ ਦੂਜਾ ਕੋਈ ਹੈ ਹੀ ਨਹੀਂ। ਪਰ ਉਹੀ ਲੋਕ ਗਾਲਾਂ ਕੱਢਦੇ ਨੇ, ਸ਼ਰਾਬ ਪੀਂਦੇ ਨੇ, ਵਿਭਚਾਰ ਕਰਦੇ ਨੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੇ ਨਾਲ ਭਰੇ ਹੋਏ ਹਨ। ਅਤੇ ਇੱਕ ਵਿਅਕਤੀ ਨੂੰ ਤਾਂ ਮੈਂ ਖੁਦ ਜਾਣਦਾ ਹਾਂ, ਉਹ ਇੱਕ ਪਾਸਟਰ ਹੈ, ਉਹ ਸ਼ਰਾਬ ਪੀਂਦਾ ਹੈ ਅਤੇ ਵਿਭਚਾਰ ਵੀ ਕਰਦਾ ਹੈ। ਅਤੇ ਪਿਆਰਿਓ, ਇਹੋ ਜਿਹੇ ਲੋਕਾਂ ਦੀ ਦੁਸ਼ਟਤਾ ਇੱਥੇ ਹੀ ਖਤਮ ਨਹੀਂ ਹੁੰਦੀ। ਜਿਵੇਂ ਕਿ ਅਸੀਂ ਇਸ ਕਹਾਣੀ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਉਹਨਾਂ ਨੇ ਉਸ ਜਨਾਨੀ ਨੂੰ ਵਿਭਚਾਰ ਦੇ ਵਿੱਚ ਫੜਿਆ ਤਾਂ ਉਹ ਸਾਰੇ ਉਸ ਨੂੰ ਭੀੜ ਦੇ ਵਿੱਚ ਲੈ ਗਏ। ਉਹ ਚਾਹੁੰਦੇ ਤਾਂ ਉਹ ਉਸ ਜਨਾਨੀ ਨੂੰ ਖੁਦ ਹੀ ਸਜ਼ਾ ਦੇ ਸਕਦੇ ਸਨ ਅਤੇ ਉਹ ਇਸ ਜਨਾਨੀ ਨੂੰ ਭੀੜ ਵਿੱਚ ਇਸ ਕਰਕੇ ਲੈ ਗਏ ਤਾਂ ਕਿ ਉਸ ਨੂੰ ਸਾਰਿਆਂ ਦੇ ਸਾਹਮਣੇ ਬਦਨਾਮ ਕਰ ਸਕਣ। ਅਤੇ ਤੁਸੀਂ ਹੀ ਇਸ ਗੱਲ ਨੂੰ ਸੋਚੋ ਅਤੇ ਸਮਝੋ ਕਿ ਉਹ ਜਨਾਨੀ ਕਿੰਨੀ ਜ਼ਿਆਦਾ ਸ਼ਰਮਿੰਦਾ ਹੋਈ ਹੋਵੇਗੀ ਜਦੋਂ ਉਸ ਨੂੰ ਭੀੜ ਦੇ ਸਾਹਮਣੇ ਲਿਆਂਦਾ ਗਿਆ ਹੋਵੇਗਾ। ਅਤੇ ਇਹ ਲੋਕ ਇਸ ਤਰ੍ਹਾਂ ਦੇ ਕੰਮ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਸਨ।
ਅਤੇ ਲੋਕਾਂ ਦੀ ਭੀੜ ਵਿੱਚ ਉਹਨਾਂ ਨੇ ਉਸ ਜਨਾਨੀ ਉੱਤੇ ਦੋਸ਼ ਲਗਾ ਕੇ ਉਸ ਨੂੰ ਸ਼ਰਮਸਾਰ ਕਰ ਦਿੱਤਾ ਸੀ। ਅਤੇ ਬਾਈਬਲ ਸਾਨੂੰ ਦੱਸਦੀ ਹੈ, ਜਦੋਂ ਕੋਈ ਵੀ ਮਨੁੱਖ ਪਾਪ ਕਰਦਾ ਹੈ ਤਾਂ ਸਾਨੂੰ ਉਸ ਨੂੰ ਇਕੱਲਿਆਂ ਦੇ ਵਿੱਚ ਸਮਝਾਉਣਾ ਹੈ, ਅਤੇ ਜੇਕਰ ਉਹ ਸਾਡੀ ਗੱਲ ਨਹੀਂ ਸੁਣਦਾ ਅਤੇ ਆਪਣੇ ਪਾਪਾਂ ਦਾ ਇਕਰਾਰ ਨਹੀਂ ਕਰਦਾ ਤਾਂ ਅਸੀਂ ਉਸ ਨੂੰ 2 ਜਾਂ 3 ਗਵਾਹਾਂ ਦੇ ਸਾਹਮਣੇ ਸਮਝਾ ਸਕਦੇ ਹਾਂ। ਅਤੇ ਜੇਕਰ ਉਹ ਫਿਰ ਵੀ ਨਹੀਂ ਸੁਣਦਾ ਤਾਂ ਅਸੀਂ ਕਲੀਸਿਆ ਨੂੰ ਕਹਿ ਸਕਦੇ ਹਾਂ, ਅਤੇ ਜੇਕਰ ਉਹ ਫਿਰ ਵੀ ਨਹੀਂ ਸੁਣਦਾ ਤਾਂ ਸਾਨੂੰ ਉਸ ਨੂੰ ਗੈਰ ਜਾਤੀ ਅਤੇ ਚੁੰਗੀ ਲੈਣ ਵਾਲਾ ਜਾਣਨਾ ਹੈ। ਅਤੇ ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਉਸ ਜਨਾਨੀ ਨੂੰ ਫੜਿਆ ਸੀ ਤਾਂ ਉਹ ਉਸ ਜਨਾਨੀ ਨੂੰ ਭੀੜ ਵਿੱਚ ਲਿਆਂਦੇ ਬਿਨਾਂ ਦੰਡ ਦੀ ਆਗਿਆ ਦੇ ਸਕਦੇ ਸਨ, ਸਜ਼ਾ ਦਾ ਹੁਕਮ ਸੁਣਾ ਸਕਦੇ ਸੀ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹ ਉਸ ਨੂੰ ਬਦਨਾਮ ਕਰਨ ਲਈ ਭੀੜ ਵਿੱਚ ਲੈ ਆਏ। ਅਤੇ ਅੱਜ ਦੇ ਸਮੇਂ ਵਿੱਚ ਵੀ ਲੋਕ ਕਿਸੇ ਨੂੰ ਬਦਨਾਮ ਕਰਨ ਦੇ ਵਿੱਚ ਪਿੱਛੇ ਨਹੀਂ ਹਟਦੇ। ਮੈਂ ਅਜਿਹੇ ਕਈ ਲੋਕਾਂ ਨੂੰ ਜਾਣਦਾ ਹਾਂ ਜੋ ਛੋਟੀ ਜਿਹੀ ਗੱਲ ਨੂੰ ਫੜ ਕੇ ਅਤੇ ਉਸ ਨੂੰ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਬਹੁਤ ਵੱਡਾ ਪੇਸ਼ ਕਰਦੇ ਹਨ ਤਾਂ ਕਿ ਉਹ ਦੂਸਰੇ ਲੋਕਾਂ ਨੂੰ ਬਦਨਾਮ ਕਰ ਸਕਣ। ਅਤੇ ਕਈ ਅਜਿਹੇ ਵੀ ਲੋਕ ਹੁੰਦੇ ਹਨ ਜੋ ਪ੍ਰਚਾਰ ਦੇ ਵਿੱਚ ਕਿਸੇ ਦੂਸਰੇ ਦੀ ਬਦਨਾਮੀ ਕਰਨਾ ਨਹੀਂ ਛੱਡਦੇ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਕਿਸੇ ਦੀ ਵੀ ਬਦਨਾਮੀ ਨਹੀਂ ਕਰਨੀ ਚਾਹੀਦੀ, ਪਰ ਪ੍ਰਭੂ ਦੇ ਵਚਨਾਂ ਨੂੰ ਮੰਨਣ ਵਾਲੇ ਲੋਕ ਉਸ ਦੇ ਪ੍ਰਤੀ ਇਮਾਨਦਾਰ ਰਹਿੰਦੇ ਹਨ ਅਤੇ ਕਦੇ ਵੀ ਵਚਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਦੇ। ਅਤੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਪ੍ਰਭੂ ਦੇ ਵਚਨਾਂ ਨੂੰ ਮੰਨਣ ਵਾਲੇ ਲੋਕ ਕਦੇ ਵੀ ਕਿਸੇ ਦੀ ਬਦਨਾਮੀ ਨਹੀਂ ਕਰਦੇ। ਅਤੇ ਜੇਕਰ ਤੁਸੀਂ ਇਹ ਦੇਖਦੇ ਹੋ ਜਾਂ ਕੋਈ ਪਾਸਟਰ ਅਤੇ ਜਾਂ ਕੋਈ ਸੇਵਕ ਭਰਾ ਕਿਸੇ ਦੀ ਬਦਨਾਮੀ ਕਰ ਰਿਹਾ ਹੈ ਤਾਂ ਉਹ ਪ੍ਰਭੂ ਯਿਸੂ ਮਸੀਹ ਦਾ ਸੱਚਾ ਭਗਤ ਨਹੀਂ ਹੈ। ਉਹ ਇਸ ਤਰ੍ਹਾਂ ਹੈ ਕਿ ਉਹ ਭੇਡ ਦੇ ਰੂਪ ਵਿੱਚ ਭੇੜੀਆ ਹੈ ਅਤੇ ਤੁਹਾਨੂੰ ਉਸ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਅਤੇ ਮੈਂ ਤਾਂ ਤੁਹਾਨੂੰ ਕਹੂੰਗਾ, ਅਤੇ ਜੇਕਰ ਕੋਈ ਪਾਸਟਰ ਕਿਸੇ ਦੀ ਬਦਨਾਮੀ ਕਰਦਾ ਹੈ ਤੁਹਾਡੇ ਸਾਹਮਣੇ ਤਾਂ ਤੁਹਾਨੂੰ ਉਸ ਚਰਚ ਵਿੱਚ ਵੀ ਨਹੀਂ ਜਾਣਾ ਚਾਹੀਦਾ। ਅਤੇ ਇਸ ਘਟਨਾ ਤੋਂ ਸਾਨੂੰ ਇੱਕ ਹੋਰ ਗੱਲ ਸਿੱਖਣ ਨੂੰ ਮਿਲਦੀ ਹੈ। ਅਤੇ ਜਦੋਂ ਉਹ ਜਨਾਨੀ ਪ੍ਰਭੂ ਯਿਸੂ ਮਸੀਹ ਕੋਲ ਲਿਆਂਦੀ ਗਈ ਅਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਹਾਡੇ ਵਿੱਚੋਂ ਜੇਕਰ ਕਿਸੇ ਨੇ ਕਦੇ ਪਾਪ ਨਹੀਂ ਕੀਤਾ ਤਾਂ ਸਭ ਤੋਂ ਪਹਿਲਾ ਪੱਥਰ ਉਹ ਇਸ ਨੂੰ ਮਾਰੇ, ਤਾਂ ਅਸੀਂ ਦੇਖਦੇ ਹਾਂ ਕਿ ਉੱਥੇ ਖੜੇ ਲੋਕਾਂ ਦੇ ਵਿੱਚੋਂ ਕਿਸੇ ਨੇ ਵੀ ਉਸ ਇਸਤਰੀ ਤੇ ਜਾਂ ਉਸ ਜਨਾਨੀ ਤੇ ਪੱਥਰ ਨਹੀਂ ਮਾਰਿਆ ਅਤੇ ਸਭ ਦੇ ਸਭ ਉੱਥੋਂ ਚਲੇ ਗਏ, ਕਿਉਂਕਿ ਪਿਆਰਿਓ, ਪ੍ਰਭੂ ਯਿਸੂ ਮਸੀਹ ਨੂੰ ਛੱਡ ਕੇ ਉੱਥੇ ਇੱਕ ਵੀ ਅਜਿਹਾ ਮਨੁੱਖ ਨਹੀਂ ਸੀ ਕਿ ਜਿਸਨੇ ਕਦੇ ਪਾਪ ਨਾ ਕੀਤਾ ਹੋਵੇ। ਅਤੇ ਸਾਰੇ ਲੋਕ ਆਪਣੇ ਬਾਰੇ ਜਾਣਦੇ ਸਨ ਕਿ ਉਹਨਾਂ ਨੇ ਕਦੇ ਨਾ ਕਦੇ ਕਿਤੇ ਨਾ ਕਿਤੇ ਪਾਪ ਕੀਤਾ ਹੈ। ਅਤੇ ਸੰਤ ਪੌਲੁਸ ਵੀ ਰੋਮੀਆਂ ਦੀ ਪੱਤਰੀ ਵਿੱਚ ਕਹਿੰਦੇ ਹਨ ਕਿ ਸਭ ਨੇ ਪਾਪ ਕੀਤਾ ਅਤੇ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਹਨ। ਉੱਥੇ ਖੜਿਆ ਹਰ ਇੱਕ ਵਿਅਕਤੀ ਪਾਪੀ ਸੀ। ਇਸੇ ਕਰਕੇ ਉਹਨਾਂ ਵਿੱਚੋਂ ਕਿਸੇ ਦੀ ਵੀ ਹਿੰਮਤ ਨਹੀਂ ਹੋਈ ਕਿ ਉਹ ਉਸ ਜਨਾਨੀ ਉੱਤੇ ਪੱਥਰ ਮਾਰਨ। ਅਤੇ ਇਸੇ ਹੀ ਤਰ੍ਹਾਂ ਅੱਜ ਇਸ ਧਰਤੀ ਦੇ ਉੱਤੇ, ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਹਨ ਜੋ ਦੂਜਿਆਂ ਉੱਤੇ ਦੋਸ਼ ਲਗਾਉਂਦੇ ਹਨ। ਅਤੇ ਬਾਈਬਲ ਵੀ ਸਾਨੂੰ ਦੱਸਦੀ ਹੈ ਕਿ ਤੂੰ ਆਪਣੇ ਭਰਾ ਦੇ ਅੱਖ ਦੇ ਕੱਖ ਨੂੰ ਤਾਂ ਦੇਖਦਾ ਹੈ, ਪਰ ਤੂੰ ਆਪਣੀ ਅੱਖ ਦੇ ਸ਼ਤੀਰ ਨੂੰ ਨਹੀਂ ਵੇਖਦਾ। ਕਿ ਇਸੇ ਤਰ੍ਹਾਂ ਹੀ ਉਹ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਇਹ ਨਹੀਂ ਵੇਖਦੇ ਕਿ ਉਹ ਕਿੰਨੇ ਵੱਡੇ ਪਾਪੀ ਹਨ। ਸਾਨੂੰ ਇਸ ਦੁਨੀਆ ਦੇ ਵਿੱਚ ਕਿਸੇ ਵੀ ਵਿਅਕਤੀ ਉੱਤੇ ਦੋਸ਼ ਲਗਾਉਣ ਦਾ ਜਾਂ ਉਸ ਨੂੰ ਇਹ ਕਹਿਣ ਦਾ ਕਿ ਤੂੰ ਪਾਪੀ ਹੈ ਕੋਈ ਅਧਿਕਾਰ ਨਹੀਂ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਸਾਡਾ ਨਿਆਂਈ ਪਰਮੇਸ਼ਵਰ ਹੈ ਅਤੇ ਉਹੀ ਸਾਡਾ ਨਿਆਂ ਕਰਨ ਵਾਲਾ ਹੈ। ਅਤੇ ਸਾਨੂੰ ਦੂਜਿਆਂ ਦੀ ਪਾਪਾਂ ਦੀ ਨਿੰਦਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਜਾਂਚਣ ਦੀ ਲੋੜ ਹੈ।
ਅਤੇ ਇਸੇ ਹੀ ਸਬੰਧ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਹਾੜੀ ਉਪਦੇਸ਼ ਵਿੱਚ ਕਿਹਾ ਸੀ ਕਿ ਦੋਸ਼ ਨਾ ਲਾਓ ਤਾਂ ਕਿ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੋਸ਼ ਲਗਾਉਂਦੇ ਹੋ ਉਸੇ ਤਰ੍ਹਾਂ ਹੀ ਤੁਹਾਡੇ ਉੱਤੇ ਵੀ ਦੋਸ਼ ਲਗਾਇਆ ਜਾਵੇਗਾ। ਹਾਂ, ਅਸੀਂ ਜੇਕਰ ਅੱਜ ਕਿਸੇ ਉੱਤੇ ਦੋਸ਼ ਲਗਾਉਂਦੇ ਹਾਂ ਤਾਂ ਇੱਕ ਨਾ ਇੱਕ ਦਿਨ ਸਾਡੇ ਉੱਤੇ ਵੀ ਦੋਸ਼ ਲਗਾਇਆ ਜਾਵੇਗਾ ਅਤੇ ਇਸ ਕਰਕੇ ਸਾਨੂੰ ਇਸ ਵਿਸ਼ੇ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ। ਅਤੇ ਆਖਿਰ ਦੇ ਵਿੱਚ ਜੋ ਅਸੀਂ ਇਸ ਘਟਨਾ ਤੋਂ ਸਿੱਖਦੇ ਹਾਂ, ਜਦੋਂ ਭੀੜ ਉੱਥੋਂ ਚਲੀ ਗਈ ਤਾਂ ਉੱਥੇ ਸਿਰਫ ਪ੍ਰਭੂ ਯਿਸੂ ਮਸੀਹ ਅਤੇ ਉਹ ਇਸਤਰੀ ਸੀ ਜੋ ਜਨਾਹ ਦੇ ਵਿੱਚ ਫੜੀ ਗਈ ਸੀ। ਤਾਂ ਪ੍ਰਭੂ ਯਿਸੂ ਮਸੀਹ ਉਸ ਇਸਤਰੀ ਤੋਂ ਪੁੱਛਦੇ ਹਨ ਕਿ ਇੱਥੇ ਕੋਈ ਨਹੀਂ ਰਿਹਾ? ਜੋ ਤੈਨੂੰ ਪੱਥਰ ਮਾਰਦਾ ਸਭ ਚਲੇ ਗਏ? ਤਾਂ ਉਹ ਜਨਾਨੀ ਪ੍ਰਭੂ ਯਿਸੂ ਮਸੀਹ ਨੂੰ ਕਹਿੰਦੀ ਹੈ, ਹਾਂ ਪ੍ਰਭੂ ਜੀ, ਕੋਈ ਨਹੀਂ, ਸਭ ਚਲੇ ਗਏ। ਤਾਂ ਪ੍ਰਭੂ ਯਿਸੂ ਮਸੀਹ ਉਸ ਜਨਾਨੀ ਨੂੰ ਕਹਿੰਦੇ ਹਨ ਕਿ ਜਾ, ਕਿ ਮੈਂ ਵੀ ਤੇਰੇ ਉੱਤੇ ਸਜ਼ਾ ਦਾ ਹੁਕਮ ਨਹੀਂ ਦਿੰਦਾ, ਜਾ, ਇਸ ਤੋਂ ਅੱਗੇ ਕਦੇ ਪਾਪ ਨਾ ਕਰੀ। ਪ੍ਰਭੂ ਯਿਸੂ ਮਸੀਹ ਨੇ ਉਸ ਜਨਾਨੀ ਉੱਤੇ ਕਿਰਪਾ ਕੀਤੀ। ਪ੍ਰਭੂ ਯਿਸੂ ਮਸੀਹ ਨੇ ਉਹਦੇ ਸਾਰੇ ਅਪਰਾਧਾਂ ਨੂੰ ਆਪਣੀ ਵੱਡੀ ਦਇਆ ਦੇ ਨਾਲ ਮਾਫ ਕਰ ਦਿੱਤਾ ਅਤੇ ਪਾਪ क्षमा ਕਰਨ ਦੇ ਨਾਲ ਇਹ ਹੋਇਆ ਕਿ ਉਸ ਜਨਾਨੀ ਦੀ ਜ਼ਿੰਦਗੀ ਹਮੇਸ਼ਾ ਵਾਸਤੇ ਬਦਲ ਗਈ। ਅਤੇ ਜੇਕਰ ਪ੍ਰਭੂ ਯਿਸੂ ਮਸੀਹ ਚਾਹੁੰਦੇ ਤਾਂ ਉਹ ਉਸ ਔਰਤ ਨੂੰ ਦੰਡ ਦੇ ਸਕਦੇ ਸਨ, ਕਿਉਂਕਿ ਉਹੀ ਵਿਵਸਥਾ ਨੂੰ ਦੇਣ ਵਾਲੇ ਹਨ ਅਤੇ ਇਹ ਅਧਿਕਾਰ ਵੀ ਰੱਖਦੇ ਹਨ ਕਿ ਕਿਸ ਨੂੰ ਸਵਰਗ ਭੇਜਣਾ ਹੈ ਅਤੇ ਕਿਸ ਨੂੰ ਨਰਕ ਭੇਜਣਾ ਹੈ। ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹਨਾਂ ਨੇ ਉਸ ਇਸਤਰੀ ਨੂੰ, ਉਸ ਔਰਤ ਨੂੰ ਇੱਕ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ। ਅਤੇ ਸਾਡੇ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਉੱਤੇ ਦੰਡ ਦੀ ਆਗਿਆ ਦੇਣ ਨਹੀਂ, ਪਰ ਪਾਪੀਆਂ ਨੂੰ ਬਚਾਉਣ ਲਈ ਆਏ ਹਨ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਨਿਆਂ ਦੇ ਅਧੀਨ ਨਹੀਂ ਪਰ ਕਿਰਪਾ ਦੇ ਅਧੀਨ ਕੀਤਾ ਹੈ। ਅਤੇ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਉਸ ਔਰਤ ਦੀਆਂ ਪਾਪ ਦੀਆਂ ਬੇੜੀਆਂ ਨੂੰ ਤੋੜ ਕੇ ਉਸ ਨੂੰ ਆਜ਼ਾਦ ਕੀਤਾ, ਉਸੇ ਤਰ੍ਹਾਂ ਹੀ ਸਾਨੂੰ ਵੀ ਪ੍ਰਭੂ ਯਿਸੂ ਮਸੀਹ ਨੇ ਬਚਾਇਆ ਹੈ। ਅਤੇ ਬਾਈਬਲ ਦੇ ਵਿੱਚ ਅਜਿਹਾ ਲਿਖਿਆ ਹੈ ਕਿ ਜੋ ਕੋਈ ਵੀ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ ਹੈ ਉਸ ਉੱਤੇ ਦੰਡ ਦੀ ਆਗਿਆ ਨਹੀਂ ਹੈ। ਤੇ ਵਿਸ਼ਵਾਸ ਅਤੇ ਪਛਤਾਪ ਦੇ ਦੁਆਰਾ ਸਾਡੇ ਉੱਤੇ ਕੋਈ ਵੀ ਦੰਡ ਦੀ ਆਗਿਆ ਨਹੀਂ ਰਹਿੰਦੀ ਅਤੇ ਅਸੀਂ ਆਪਣੇ ਸਾਰਿਆਂ ਪਾਪਾਂ ਤੋਂ ਬਚਾਏ ਜਾਂਦੇ ਹਾਂ। ਅਤੇ ਜਿਵੇਂ ਪ੍ਰਭੂ ਨੇ ਸਾਨੂੰ ਮਾਫ ਕੀਤਾ ਹੈ ਉਸੇ ਤਰ੍ਹਾਂ ਸਾਨੂੰ ਵੀ ਦੂਸਰਿਆਂ ਨੂੰ ਮਾਫ ਕਰਨਾ ਚਾਹੀਦਾ ਹੈ। ਮਾਫੀ ਵਿੱਚ ਬਹੁਤ ਸ਼ਕਤੀ ਹੈ ਜੋ ਜੀਵਨਾਂ ਨੂੰ ਬਦਲ ਦਿੰਦੀ ਹੈ। ਉਸ ਔਰਤ ਦੀ ਨਿੰਦਾ ਕਰਨ ਵਾਲੇ ਅਤੇ ਉਸ ਤੇ ਦੋਸ਼ ਲਗਾਉਣ ਵਾਲੇ ਬਹੁਤ ਸਾਰੇ ਲੋਕ ਸਨ, ਪਰ ਪ੍ਰਭੂ ਯਿਸੂ ਮਸੀਹ ਨੇ ਹੀ ਉਸ ਨੂੰ ਮਾਫ ਕੀਤਾ, ਕਿਉਂਕਿ ਉਹ ਦਇਆ ਦਾ ਸਾਗਰ ਹੈ ਅਤੇ ਇਹ ਨਹੀਂ ਚਾਹੁੰਦਾ ਕਿ ਕੋਈ ਵੀ ਨਾਸ਼ ਹੋਵੇ। ਹੋ ਸਕਦਾ ਹੈ ਕਿ ਕਿਸੇ ਨੇ ਤੁਹਾਨੂੰ ਦੁੱਖ ਪਹੁੰਚਾਇਆ ਹੋਵੇ ਅਤੇ ਕੋਈ ਬਹੁਤ ਹੀ ਪਾਪ ਦੇ ਵਿੱਚ ਜੀਵਨ ਗੁਜ਼ਾਰ ਰਿਹਾ ਹੋਵੇ ਅਤੇ ਸਾਨੂੰ ਉਸ ਦੀ ਨਿੰਦਾ ਨਹੀਂ ਕਰਨੀ ਚਾਹੀਦੀ, ਬਲਕਿ ਪਰਮੇਸ਼ਰ ਦੇ ਅੱਗੇ ਇਹ ਦੁਆ ਕਰਨੀ ਚਾਹੀਦੀ ਹੈ ਕਿ ਪਰਮੇਸ਼ਰ ਉਹਦੇ ਜੀਵਨ ਨੂੰ ਬਦਲੇ। ਅਤੇ ਹੋ ਸਕਦਾ ਹੈ ਕਿ ਉਹ ਇੱਕ ਦਿਨ ਪਲਟ ਆਵੇ ਅਤੇ ਪ੍ਰਭੂ ਯਿਸੂ ਮਸੀਹ ਦੀ ਮਾਫੀ ਨੂੰ ਗ੍ਰਹਿਣ ਕਰੇ। ਅਤੇ ਤੁਸੀਂ ਇੱਕ ਗੱਲ ਯਾਦ ਰੱਖੋ ਕਿ ਜਿਸ ਤਰ੍ਹਾਂ ਪ੍ਰਭੂ ਨੇ ਸਾਨੂੰ ਮਾਫ ਕੀਤਾ ਹੈ ਉਸੇ ਤਰ੍ਹਾਂ ਹੀ ਸਾਨੂੰ ਵੀ ਆਪਣੇ ਅਪਰਾਧੀਆਂ ਨੂੰ ਮਾਫ ਕਰਨਾ ਚਾਹੀਦਾ ਹੈ। ਅਤੇ ਅੰਤ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਪਿਆਰਿਓ ਕਿ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਕਿਹਾ ਕਿ ਜਾ, ਇਸ ਤੋਂ ਅੱਗੇ ਪਾਪ ਨਾ ਕਰੀਂ। ਅਤੇ ਇਹਨਾਂ ਸ਼ਬਦਾਂ ਨੂੰ ਹਰ ਇੱਕ ਵਿਸ਼ਵਾਸੀ ਨੂੰ ਆਪਣੇ ਜੀਵਨ ਵਿੱਚ ਯਾਦ ਰੱਖਣ ਦੀ ਲੋੜ ਹੈ। ਇੱਕ ਵਾਰੀ ਜਦੋਂ ਸਾਡੇ ਪਾਪਾਂ ਦੀ ਮਾਫੀ ਮਿਲ ਗਈ ਤਾਂ ਸਾਨੂੰ ਫਿਰ ਪਾਪਾਂ ਦੇ ਵਿੱਚ ਨਹੀਂ ਫਸਣਾ ਹੈ ਅਤੇ ਸਾਨੂੰ ਫਿਰ ਉਹਨਾਂ ਪਾਪਾਂ ਦੇ ਵਿੱਚ ਨਹੀਂ ਜਾਣਾ ਹੈ ਜਿਨ੍ਹਾਂ ਪਾਪਾਂ ਤੋਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਛੁਡਾਇਆ ਹੈ। ਸਾਨੂੰ ਪ੍ਰਭੂ ਯਿਸੂ ਮਸੀਹ ਦੇ ਕਰੂਸ ਉੱਤੇ ਦਿੱਤੇ ਹੋਏ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਣਾ ਹੈ, ਕਿਉਂਕਿ ਸਾਡੇ ਪਾਪਾਂ ਦਾ ਬੋਝ ਲੈ ਕੇ ਉਹ ਸਲੀਬ ਦੇ ਉੱਤੇ ਚੜ੍ਹ ਗਿਆ ਤਾਂ ਕਿ ਅਸੀਂ ਪਾਪਾਂ ਦੇ ਵਿੱਚ ਫਸੇ ਨਾ ਰਹੀਏ, ਅਸੀਂ ਪਾਪ ਦੇ ਦਾਸ ਨਾ ਰਹੀਏ। ਇਸ ਲਈ ਮੈਂ ਵੀ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਤੁਹਾਡੇ ਪਾਪ ਮਾਫ ਹੋ ਗਏ ਹਨ ਤਾਂ ਫਿਰ ਤੁਸੀਂ ਕਦੇ ਵੀ ਪਾਪ ਨਾ ਕਰੋ। ਅਤੇ ਮੈਂ ਇਹ ਆਸ ਕਰਦਾ ਹਾਂ ਕਿ ਯਿਸੂ ਮਸੀਹ ਅਤੇ ਪਾਪੀ ਇਸਤਰੀ ਦੀ ਇਹ ਕਹਾਣੀ
ਤੁਹਾਡੇ ਲਈ ਬਹੁਤ ਹੀ ਆਸ਼ੀਸ਼ਿਤ ਹੋਵੇਗੀ ਅਤੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਅਤੇ ਮੈਂ ਇਹ ਆਸ ਕਰਦਾ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਦੂਸਰਿਆਂ ਤੱਕ ਵੀ ਸ਼ੇਅਰ ਜ਼ਰੂਰ ਕਰੋਗੇ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਨੂੰ ਬਹੁਤ ਬਰਕਤ ਮਿਲੇ ਅਤੇ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਸਭ ਨੂੰ ਜੈ ਮਸੀਹ ਦੀ।